ਹੈਲੋ ਫਰੈਂਡਸ, ਅੱਜ ਅਸੀਂ ਡਿਸਕਸ ਕਰਾਂਗੇ ਚੈਪਟਰ 7 ਦੇ ਅਧੀਨ ਸੈਕਸ਼ਨ 93 ਪਾਰਟ ਬੀ ਸਰਚ ਵਾਰੰਟ ਦੇ ਬਾਰੇ ਕਿ ਤਲਾਸ਼ੀ ਦੇ ਜਿਹੜੇ ਵਾਰੰਟ ਹੈ ਉਹ ਕਿਸ ਤਰ੍ਹਾਂ ਕੋਰਟ ਜਾਰੀ ਕਰਦੀ ਹੈ ਅਤੇ ਉਹਦੇ ਵਿੱਚ ਕੀ ਨਿਰਦੇਸ਼ ਹੁੰਦੇ ਹਨ, ਉਹ ਅਸੀਂ ਅੱਜ ਪੜ੍ਹਾਂਗੇ ਸੈਕਸ਼ਨ 93 ਅਤੇ ਸੈਕਸ਼ਨ 94। ਹਾਂਜੀ, ਤਾਂ ਸਾਡੇ ਕੋਲ ਸਭ ਤੋਂ ਪਹਿਲਾਂ ਸਾਡਾ ਸੈਕਸ਼ਨ ਆਉਂਦਾ ਸੈਕਸ਼ਨ 93 ਪਾਰਟ ਬੀ ਸਰਚ ਵਾਰੰਟਸ, ਤਲਾਸ਼ੀ ਲਈ ਵਾਰੰਟ ਜਾਰੀ ਕਰਨੀ। ਕਹਿੰਦਾ ਵੈਨ ਸਰਚ ਵਾਰੰਟ ਮੇ ਬੀ ਇਸ਼ੂਡ, ਤਾਂ ਜਿਹੜੇ ਤਲਾਸ਼ੀ ਲਈ ਵਾਰੰਟ ਆ ਉਹ ਕਹਿੰਦਾ ਕਦੋਂ ਜਾਰੀ ਕੀਤੇ ਜਾਣਗੇ। ਤਾਂ ਇਸ ਦੇ ਸੈਕਸ਼ਨ ਦੇ ਥੱਲੇ ਸਬ ਸੈਕਸ਼ਨ 1 ਦੇ ਥੱਲੇ ਏ ਪਾਰਟ ਦੇ ਵਿੱਚ ਲਿਖਿਆ ਹੈ ਵੇਅਰ ਐਨੀ ਕੋਰਟ, ਜਿੱਥੇ ਵੀ ਕੋਈ ਅਦਾਲਤ ਹੈਜ਼ ਰੀਜ਼ਨ ਟੂ ਬਲੀਵ, ਵਿਸ਼ਵਾਸ ਕਰਦੀ ਹੈ, ਕਾਰਨ ਤੇ ਵਿਸ਼ਵਾਸ ਕਰਦੀ ਹੈ ਦੈਟ ਏ ਪਰਸਨ ਟੂ ਹੂਮ ਮੇ ਸਮਨਸ ਔਰ ਆਰਡਰ ਅੰਡਰ ਸੈਕਸ਼ਨ 91, ਜਿੱਥੇ ਕਹਿੰਦਾ ਕਿ ਸਮਨ ਜਾਂ ਕੋਈ ਹੁਕਮ ਸੈਕਸ਼ਨ 91 ਦੇ ਥੱਲੇ ਇਸ਼ੂ ਕੀਤਾ ਗਿਆ ਸੀ, ਜਾਰੀ ਕੀਤਾ ਗਿਆ ਸੀਗਾ, ਔਰ ਇਹ ਰਿਕੋਗਨੀਸ਼ਨ ਅੰਡਰ ਸਬਸੈਕਸ਼ਨ 1 ਔਰ ਸਬ ਸੈਕਸ਼ਨ 92 ਤੇ ਸੈਕਸ਼ਨ 92 ਦੇ ਸਬ ਸੈਕਸ਼ਨ 1 ਦੇ ਤਹਿਤ ਜਾਰੀ ਕੀਤਾ ਗਿਆ ਸੀ। ਔਰ ਮਾਈਟ ਬੀ ਅਡਰੈਸਡ ਵਿਲ ਨੋਟ ਔਰ ਵੁੱਡ ਨੋਟ ਪ੍ਰੋਡਿਊਸ ਦੀ ਡਾਕੂਮੈਂਟ, ਤੇ ਕੋਰਟ ਨੂੰ ਲੱਗਦਾ ਕਿ ਹਾਂ ਉਹ ਜਿਹੜਾ ਵਿਅਕਤੀ ਹੈ ਜਿਹਨੂੰ ਇਹ ਸੰਮਨ ਜਾਰੀ ਕੀਤੇ ਗਏ ਸਨ, ਉਹ ਵਿਅਕਤੀ ਜਿਹੜਾ ਹੈਗਾ ਉਹ ਕੋਈ ਦਸਤਾਵੇਜ਼ ਜਾਂ ਕੋਈ ਚੀਜ਼ ਹੈ ਜਿਹੜੀ ਕੋਰਟ 'ਚ ਪੇਸ਼ ਨਹੀਂ ਕਰੇਗਾ। ਔਰ ਥਿੰਗ ਐਜ਼ ਰਿਕੁਆਇਰਡ ਬਾਈ ਸਚ ਸੰਮਨਸ ਔਰ ਰਿਕੁਐਜ਼ੀਸ਼ਨ, ਔਰ ਜੋ ਕਿ ਉਸ ਸੰਮਨਸ ਦੇ ਵਿੱਚ ਮੰਗੀ ਗਈ ਸੀ ਅਗਰ ਉਹ ਪੇਸ਼ ਨਹੀਂ ਕਰੇਗਾ, ਇਹ ਕੋਰਟ ਨੂੰ ਵਿਸ਼ਵਾਸ ਹੋ ਜਾਂਦਾ ਹੈ ਤਾਂ ਕੋਰਟ ਉੱਥੇ ਵਾਰੰਟ ਜਾਰੀ ਕਰ ਸਕਦੀ ਹੈ। ਸਬ ਸੈਕਸ਼ਨ ਬੀ ਹੈ, ਉਹਨੇ ਦੇ ਵਿੱਚ ਕਹਿ ਰਿਹਾ ਜੀ, ਕਹਿੰਦਾ ਵੇਅਰ ਸਚ ਡਾਕੂਮੈਂਟ, ਕਹਿੰਦਾ ਕੋਈ ਇਹੋ ਜਿਹਾ ਦਸਤਾਵੇਜ਼ ਔਰ ਥਿੰਗ ਕੋਈ ਚੀਜ਼ ਇਜ਼ ਨੋਟ ਨੋਨ ਟੂ ਦੀ ਕੋਰਟ ਟੂ ਬੀ ਇਨ ਪੋਜੈਸ਼ਨ ਆਫ ਐਨੀ ਪਰਸਨ, ਤਾਂ ਹੋਰ ਕਿੱਥੇ ਵਾਰੰਟ ਜਾਰੀ ਕਰ ਸਕਦੀ ਹੈ ਜਿੱਥੇ ਅਦਾਲਤ ਨੂੰ ਇਹ ਲੱਗਦਾ ਹੈ ਕਿ ਕੋਈ ਇਹੋ ਜਿਹਾ ਦਸਤਾਵੇਜ਼ ਜਾਂ ਕੋਈ ਚੀਜ਼ ਹੈ ਜਿਹੜੀ ਉਹ ਕੋਰਟ ਨੂੰ ਨਹੀਂ ਪਤਾ ਕਿ ਕਿਹਦੇ ਕਬਜ਼ੇ ਦੇ ਵਿੱਚ ਹੈ, ਤਾਂ ਉੱਥੇ ਵੀ ਉਹ ਵਾਰੰਟ ਜਾਰੀ ਸਰਚ ਵਾਰੰਟ ਜਿਹੜੇ ਹੈਗੇ ਆ ਤਾਂ ਜਾਰੀ ਕਰ ਸਕਦੀ ਹੈ। ਸੀ where the court considers that the purpose of any inquiry, trial or other proceeding under this code will be served by a general search or inspection। ਹਾਂਜੀ, ਹੁਣ ਇੱਥੇ ਸਬਸੈਕਸ਼ਨ ਸੀ ਦੇ ਵਿੱਚ ਸਾਨੂੰ ਦੱਸ ਰਿਹਾ ਹੈਗਾ ਇਹ ਕਿ ਜਿੱਥੇ ਕਹਿੰਦਾ ਅਦਾਲਤ ਨੂੰ ਇਹ ਲੱਗਦਾ ਹੈਗਾ ਕਿਸੇ ਇਨਕੁਆਰੀ ਦੇ ਵਿੱਚ ਜਾਂ ਕਿਸੇ ਟਰਾਇਲ ਜਾਂ ਜਿੱਥੇ ਕੇਸ ਚੱਲ ਰਿਹਾ ਹੈਗਾ ਔਰ ਪ੍ਰੋਸੀਡਿੰਗ ਜਾਂ ਕੋਈ ਹੋਰ ਕੋਈ ਕਾਰਵਾਈ ਕੋਰਟ ਦੇ ਵਿੱਚ ਚੱਲ ਰਹੀ ਹੈ ਇਸ ਕੋਡ ਦੇ ਤਹਿਤ, ਤਾਂ ਉੱਥੇ ਉਹ ਆਮ ਤੌਰ 'ਤੇ ਵੀ ਜਿਹੜੀ ਸਰਚ ਵਾਰੰਟ ਹੈ ਇਸ਼ੂ ਕੀਤਾ ਜਾ ਸਕਦਾ ਹੈਗਾ ਕਿ ਉੱਥੋਂ ਦੀ ਜਾ ਕੇ ਭਾਲ ਕੀਤੀ ਜਾ ਸਕੇ। ਇਟ ਮੇ ਇਸ਼ੂ ਸਰਚ ਵਾਰੰਟ ਐਂਡ ਦਾ ਪਰਸਨ ਟੂ whom such warrant is directed may search or inspect in accordance therewith and the provisions herein contained। ਤਾਂ ਕਹਿੰਦਾ ਉਹ ਜਿਸ ਵਿਅਕਤੀ ਨੂੰ ਵੀ ਜਿਹੜੇ ਸਰਚ ਵਾਰੰਟ ਹੈ ਜਾਰੀ ਕੀਤੇ ਜਾਣਗੇ, ਤਲਾਸ਼ੀ ਦੇ ਜਿਹੜੇ ਵਾਰੰਟ ਜਾਰੀ ਕੀਤੇ ਜਾਣਗੇ, ਉਹ ਵਿਅਕਤੀ ਜਿਸ ਤਰ੍ਹਾਂ ਵਾਰੰਟ ਦੇ ਵਿੱਚ ਲਿਖਿਆ ਹੋਵੇਗਾ ਉਸ ਤਰੀਕੇ ਨਾਲ ਉਸ ਥਾਂ ਦੀ ਜਾਂ ਜਗ੍ਹਾ ਦੀ ਕੋਈ ਤਲਾਸ਼ੀ ਲੈ ਸਕਦਾ ਹੈ। ਨੰਬਰ 2 ਸਬਸੈਕਸ਼ਨ 2 ਕਹਿੰਦਾ ਦ ਕੋਰਟ ਮੇ ਇਫ ਇਟ ਥਿੰਕਸ ਫਿਟ, ਕਹਿੰਦਾ ਅਗਰ ਕੋਰਟ ਨੂੰ ਇਹ ਲੱਗਦਾ ਹੈ ਸਪੈਸੀਫਾਈ ਇਨ ਦਾ ਵਾਰੰਟ ਦ ਪਰਟੀਕੂਲਰ ਪਲੇਸ ਔਰ ਪਾਰਟ ਦੇਅਰ ਆਫ ਟੂ ਵਿਚ ਓਨਲੀ ਦ ਸਰਚ ਔਰ ਇੰਸਪੈਕਸ਼ਨ ਸ਼ੈਲ ਐਕਸਟੈਂਡ ਐਂਡ ਦ ਪਰਸਨ। ਹੁਣ ਇੱਥੇ ਕੀ ਕੋਰਟ ਕਹਿੰਦੀ ਹੈ ਕਿ ਜੇਕਰ ਕੋਰਟ ਨੂੰ ਲੱਗਦਾ ਹੈ ਕਿ ਕਿਸੇ ਥਾਂ ਦੀ ਤਲਾਸ਼ੀ ਲੈਣੀ ਹੈ ਤਾਂ ਉਹ ਉਸ ਖਾਸ ਜਗ੍ਹਾ ਦੇ ਬਾਰੇ ਵੀ ਵਾਰੰਟ ਵਿੱਚ ਲਿਖ ਸਕਦੀ ਹੈ, ਦੱਸ ਸਕਦੀ ਹੈ ਇੰਸਪੈਕਸ਼ਨ ਕਰਨ ਵਾਸਤੇ। ਸ਼ੈਲ ਐਕਸਟੈਂਡ ਐਂਡ ਦਾ ਪਰਸਨ ਚਾਰਜਡ ਵਿਦ ਦੀ ਐਗਜ਼ੀਕਿਊਸ਼ਨ ਆਫ ਸਚ ਵਾਰੰਟ ਸ਼ੈਲ ਦੈਨ ਸਰਚ ਔਰ ਇੰਸਪੈਕਟ ਓਨਲੀ ਦਾ ਪਲੇਸ ਔਰ ਪਾਰਟ ਸੋ ਸਪੈਸੀਫਾਈਡ। ਫਿਰ ਜਿਹੜਾ ਵੀ ਉਸ ਵਾਰੰਟ ਦੇ ਵਿੱਚ ਜਗ੍ਹਾ ਜਾਂ ਜੋ ਕੋਈ ਥਾਂ ਦੱਸੀ ਗਈ ਹੋਵੇਗੀ ਉਹ ਖਾਸ ਜਗ੍ਹਾ ਜਾਂ ਥਾਂ ਦਾ ਹੀ ਜਿਹੜਾ ਵਿਅਕਤੀ ਹੈ ਜਿਹਨੂੰ ਉਹ ਵਾਰੰਟ ਜਾਰੀ ਕੀਤੇ ਗਏ ਕਿ ਜਾ ਕੇ ਤਮੀਲ ਕਰਵਾ, तो वो उससे ही उत्थे सर्च करेगा, भाल करेगा। नंबर 3 नथिंग कंटेन्ड इन दिस सैक्शन शैल ऑथोराइज, कहता इस जो सैक्शन के जो भी कुछ लिखा है ये ऑथोराइज नहीं करेगी एनी मजिस्ट्रेट, ऑथोराइज एनी मजिस्ट्रेट अदर दैन ए डिस्ट्रिक्ट मजिस्ट्रेट और चीफ जुडिशियल मजिस्ट्रेट, कहता होर किसी मजिस्ट्रेट को ये ऑथोराइज नहीं करेगी। ये जो सैक्शन के प्रभाव हैगा वा ये सिर्फ कला मजिस्ट्रेट डिस्ट्रिक्ट मजिस्ट्रेट जो है ਅਤੇ ਜੋ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਹੈ ਟੂ ਗ੍ਰਾਂਟ ਏ ਵਾਰੰਟ ਟੂ ਸਰਚ ਫॉर ਅ ਡਾਕੂਮੈਂਟ ਪਾਰਸਲ ਔਰ ਅਦਰ ਥਿੰਗ ਇਨ ਦੀ ਕਸਟਡੀ ਆਫ ਪੋਸਟਲ ਔਰ ਟੈਲੀਗ੍ਰਾਫ ਅਥਾਰਟੀ। ਕਹਿਣ ਦਾ ਮਤਲਬ ਇੱਥੇ ਇਸ ਸਬਸੈਕਸ਼ਨ ਦੇ ਥੱਲੇ ਇਹ ਹੈ
ਕਿ ਸਿਰਫ ਡਿਸਟ੍ਰਿਕਟ ਮੈਜਿਸਟ੍ਰੇਟ ਅਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਹੀ ਇਹ ਪਾਵਰ ਹੋਵੇਗੀ ਕਿ ਉਹ ਕਿਸੇ ਪੋਸਟਲ ਟੈਲੀਗ੍ਰਾਫ ਅਗਰ ਡਿਪਾਰਟਮੈਂਟ ਦੇ ਕੋਲ ਅਗਰ ਕੋਈ ਪਾਰਸਲ ਪਿਆ ਜਾਂ ਕੋਈ ਦਸਤਾਵੇਜ਼ ਪਿਆ ਤਾਂ ਉਹਦੀ ਜਿਹੜੀ ਤਲਾਸ਼ੀ ਹੈਗੀ ਆ ਉਹ ਉਹਦੇ ਲਈ ਵਾਰੰਟ ਜਾਰੀ ਕਰ ਸਕਦੀ ਹੈ, ਹੋਰ ਕੋਈ ਕੋਰਟ ਜਾਰੀ ਨਹੀਂ ਕਰ ਸਕਦੀ। ਸੈਕਸ਼ਨ 94 ਹੈ ਜੀ ਸਾਡੇ ਕੋਲ ਇਸ ਤੋਂ ਅੱਗੇ, ਕਹਿੰਦਾ ਸਰਚ ਆਫ ਪਲੇਸ ਸਸਪੈਕਟਡ ਟੂ ਕੰਟੇਨ ਸਟੋਲਨ ਪ੍ਰੋਪਰਟੀ ਫੋਰਜ ਡਾਕੂਮੈਂਟਸ ਐਕਸੈਟਰਾ। ਹੁਣ ਅੱਗੇ ਕਹਿੰਦਾ ਭਾਲ ਕਹਿੰਦਾ ਕਿਤੋਂ ਸਰਚ ਵਾਰੰਟ ਕਿੱਥੇ ਜਾਰੀ ਕੀਤੇ ਜਾ ਸਕਦੇ, ਕਹਿੰਦਾ ਜਿੱਥੇ ਲੱਗਦਾ ਕਿ ਕੋਈ ਚੋਰੀ ਕੀਤੀ ਹੋਈ ਕੋਈ ਚੀਜ਼ ਹੈਗੀ ਆ ਜਾਂ ਕਹਿੰਦਾ ਕੋਈ ਜਾਲੀ ਕੋਈ ਅਗਰ ਦਸਤਾਵੇਜ਼ ਹੈਗੇ ਤਾਂ ਉੱਥੇ ਕਿਸ ਤਰੀਕੇ ਦੇ ਨਾਲ ਜਿਹੜੇ ਵਾਰੰਟ ਜਾਰੀ ਕੀਤੇ ਜਾਣਗੇ ਤਲਾਸ਼ੀ ਦੇ। ਜੀ ਹਾਂਜੀ, ਤਾਂ ਨੰਬਰ ਸਬਸੈਕਸ਼ਨ 1 ਹੈ ਜੀ ਸਾਡੇ ਕੋਲ, ਕਹਿੰਦਾ ਇਫ ਇਹ ਡਿਸਟ੍ਰਿਕਟ ਮੈਜਿਸਟ੍ਰੇਟ, ਕਹਿੰਦਾ ਅਗਰ ਇੱਕ ਡਿਸਟ੍ਰਿਕਟ ਮੈਜਿਸਟ੍ਰੇਟ ਹੈ, ਸਬ डिवीजनल मैजिस्ट्रेट है और ए मैजिस्ट्रेट ऑफ द फर्स्ट क्लास upon information and after such inquiry as he thinks necessary, ਕਹਿੰਦਾ ਜੇਕਰ ਕੋਈ ਡਿਸਟ੍ਰਿਕਟ ਮੈਜਿਸਟ੍ਰੇਟ ਸਬ ਡਿਵੀਜ਼ਨਲ ਮੈਜਿਸਟ੍ਰੇਟ ਅਤੇ ਮੈਜਿਸਟ੍ਰੇਟ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਨੂੰ ਅਗਰ ਇਹ ਕੋਈ ਸੂਚਨਾ ਮਿਲਦੀ ਹੈ ਅਤੇ ਉਹਦੀ ਇਨਕੁਆਇਰੀ ਤੇ ਉਹਨੂੰ ਇਹ ਲੱਗਦਾ ਹੈ ਹੈਜ਼ ਰੀਜ਼ਨ ਟੂ ਬਲੀਵ, ਵਿਸ਼ਵਾਸ ਕਰਦਾ ਹੈ that any place is used for deposit or sale of stolen property or for deposit, sale or production of any objectionable article to which this section apply। ਤਾਂ ਜੇਕਰ ਇਹਨਾਂ ਅਦਾਲਤਾਂ ਨੂੰ ਇਹ ਲੱਗਦਾ ਹੈ ਕਿ ਕੋਈ ਚੋਰੀ ਕੀਤੀ ਹੋਈ ਚੀਜ਼ ਜਾਂ ਕੋਈ ਦਸਤਾਵੇਜ਼ ਜਾਂ ਕੋਈ ਇਹੋ ਜਿਹੀ ਇਤਰਾਜ਼ਯੋਗ ਜਿਹੜੀ ਚੀਜ਼ ਹੈਗੀ ਆ ਉਸ ਜਗ੍ਹਾ ਦੇ ਉੱਤੇ ਪਈ ਹੈ ਕਿਸੇ ਖਾਸ ਦੇ ਉੱਤੇ ਜਾਂ ਉਹ ਵੇਚਣ ਵਾਸਤੇ ਪਈ ਹੈ ਤਾਂ or that any objectionable article is deposited in place, ਜਾਂ ਕੋਈ ਕਹਿੰਦਾ ਕੋਈ ਇਹੋ ਜਿਹੀ ਇਤਰਾਜ਼ਯੋਗ ਜਿਹੜੀ ਚੀਜ਼ ਹੈ ਕਿਸੇ ਜਗ੍ਹਾ ਦੇ ਉੱਤੇ ਪਈ ਹੋਈ ਹੈਗੀ ਜਮ੍ਹਾਂ ਕੀਤੀ ਹੋਈ ਹੈ, he may warrant authorize any police officer above the rank of constable। ਤਾਂ ਜਿਹੜੀਆਂ ਇਹ ਅਦਾਲਤਾਂ ਨੇ ਕਾਂਸਟੇਬਲ ਦੇ ਰੈਂਕ ਤੋਂ ਉੱਪਰਲੇ ਅਫਸਰ ਨੂੰ ਹੁਕਮ ਜਾਰੀ ਕਰ ਸਕਦੀ ਹੈ ਤਲਾਸ਼ੀ ਲੈਣ ਬਾਰੇ। ਤਾਂ ਉਹ ਕਿੰਨਾ ਤਾਂ ਜਦੋਂ ਉਹਨੂੰ ਅਧਿਕਾਰ ਦੇਗੀ, ਉਹ ਕਿਹੜੇ ਕਿਹੜੇ ਅਧਿਕਾਰ ਹੈ ਉਹ ਅਸੀਂ ਹੁਣ ਪੜਾਂਗੇ ਜੀ। ਇੱਕ A to enter with such assistance as may be required such place, ਤਾਂ ਉਹ ਜਿਹੜਾ ਵਿਅਕਤੀ ਜਿਹਨੂੰ ਵਾਰੰਟ ਜਿਹੜੇ ਹੈਗੇ ਤਲਾਸ਼ੀ ਕਰਨ ਦੇ ਮਿਲੇ ਹਨ ਉਹ ਕਿਸੇ ਦੀ ਸਹਾਇਤਾ ਦੇ ਨਾਲ ਵੀ ਉਸ ਜਗ੍ਹਾ ਦੇ ਵਿੱਚ ਦਾਖਲ ਹੋ ਸਕਦਾ ਹੈ। B to search the same in the manner specified in the warrant, ਤਾਂ ਕਹਿੰਦਾ ਉੱਥੇ ਜਿਹੜੀ ਉਹ ਭਾਲ ਕਰੇਗਾ ਤਲਾਸ਼ੀ ਕਰੇਗਾ ਉਹ ਜਿਸ ਤਰੀਕੇ ਨਾਲ ਵਾਰੰਟ 'ਚ ਲਿਖਿਆ ਹੋਏਗਾ ਉਹਦੇ ਮੁਤਾਬਕ ਕਰੇਗਾ। C to take possession of any property or article therein found which he reasonably suspects to be stolen property or objectionable article to which this section apply। ਤਾਂ ਉਹ ਕੀ ਕਰ ਸਕਦਾ ਉਹ ਵਿਅਕਤੀ ਜਿਹਨੂੰ ਤਮੀਲ ਕਰਨ ਲਈ ਵਾਰੰਟ ਮਿਲੇ ਹਨ, ਉਹ ਉੱਥੇ ਅਗਰ ਉਹਨੂੰ ਕੋਈ ਇਤਰਾਜ਼ਯੋਗ ਚੀਜ਼ ਜਾਂ ਕੋਈ ਚੋਰੀ ਕੀਤੀ ਹੋਈ ਕੋਈ ਚੀਜ਼ ਮਿਲਦੀ ਹੈਗੀ ਹੈ ਤਾਂ ਉਹਨੂੰ ਉਹ ਕਬਜ਼ੇ ਵਿੱਚ ਵੀ ਲੈ ਸਕਦਾ ਹੈ। D to convey such property or article before a magistrate, ਤਾਂ ਉਹ ਕੀ ਕਰੇਗਾ ਜਦੋਂ ਉਹਨੂੰ ਮਿਲ ਜਾਏਗੀ ਤਾਂ ਉਹ ਜਿਹੜੀ ਚੀਜ਼ ਹੈਗੀ ਆ ਜਾਂ ਕੋਈ ਇਤਰਾਜ਼ਯੋਗ ਕੋਈ ਚੀਜ਼ ਹੈ ਕੋਈ ਚੋਰੀ ਕੀਤੀ ਹੋਈ ਚੀਜ਼ ਹੈ ਤਾਂ ਉਹਨੂੰ ਉਹ ਜੱਜ ਦੇ ਕੋਲ ਜੱਜ ਸਾਹਿਬ ਦੇ ਕੋਲ ਪੇਸ਼ ਕਰੇਗਾ ਔਰ ਜਾਂ ਟੂ ਗਾਰਡ ਦੀ ਸੇਮ ਔਨ ਦੀ ਸਪੋਟ ਅੰਟਿਲ ਦੀ offender is taken before a magistrate, ਤਾਂ ਜਾਂ ਉਸੇ ਹੀ ਜਗ੍ਹਾ ਦੇ ਉੱਤੇ ਉਹਦੀ ਉਹ ਸੁਰੱਖਿਆ ਦਾ ਪ੍ਰਬੰਧ ਕਰੇਗਾ ਜਦ ਤੱਕ ਕਿ ਦੋਸ਼ੀ ਨੂੰ ਫੜ ਕੇ ਜੱਜ ਦੇ ਕੋਲ ਪੇਸ਼ ਨਾ ਕੀਤਾ ਜਾਵੇ ਔਰ ਅਦਰਵਾਈਜ਼ ਟੂ ਡਿਸਪੋਜ਼ ਆਫ ਇਟ ਇਨ ਸਮ ਪਲੇਸ ਆਫ ਸੇਫਟੀ, ਜਾਂ ਉਹਨੂੰ ਕਿਸੇ ਹੋਰ ਜਗ੍ਹਾ ਦੇ ਉੱਤੇ ਸੇਫ ਤਰੀਕੇ ਦੇ ਨਾਲ ਉਹਨੂੰ ਧਿਆਨ ਰੱਖੇਗਾ। E to take into custody and carry before a magistrate every person found in such a place who appears to have been privy to the deposit, sale, production of any such property। ਹੁਣ ਕੀ ਹੈ ਕਹਿੰਦਾ ਜੀ, ਕਹਿੰਦਾ ਜਦੋਂ ਭਾਲ ਕਰ ਰਿਹਾ ਅਗਰ ਉਹਨੂੰ ਕੋਈ ਇਹੋ ਜਿਹਾ ਵਿਅਕਤੀ ਉੱਥੇ ਮਿਲ ਜਾਂਦਾ ਕਿ ਜਿਹਨੂੰ ਪਤਾ ਹੈ ਕਿ ਇਹ ਚੀਜ਼ਾਂ ਚੋਰੀ ਦੀਆਂ ਹੈਗੀਆਂ ਜਾਂ ਇਹ ਕੋਈ ਆਬਜੈਕਸ਼ਨੇਬਲ ਆਰਟੀਕਲ ਹੈਗਾ ਤੇ ਜਿਹੜੀ ਵੀ ਕੋਈ ਚੀਜ਼ ਹੈਗੀ ਹੈ ਤਾਂ ਉਹ ਉਸ ਵਿਅਕਤੀ ਨੂੰ ਵੀ ਜੱਜ ਦੇ ਕੋਲ ਪੇਸ਼ ਕਰੇਗਾ। ਔਰ ਪ੍ਰੋਡਕਸ਼ਨ ਆਫ ਐਨੀ ਸੱਚ ਪ੍ਰੋਪਰਟੀ ਔਰ ਆਰਟੀ ਨੋਇੰਗ ਔਰ ਹੈਵਿੰਗ ਰੀਜ਼ਨੇਬਲ ਕਾਜ਼ ਟੂ ਸਸਪੈਕਟ ਇਟ, ਜਾਂ ਉਹਨੂੰ ਕੋਈ ਖਾਸ ਕਾਰਨਾਂ ਕਰਕੇ ਸ਼ੱਕ ਹੈ ਟੂ ਬੀ ਏ ਸਟੋਲਨ ਪ੍ਰੋਪਰਟੀ ਕਿ ਚੋਰੀ ਕੀਤੀ ਹੋਈ ਚੀਜ਼ ਹੈ ਐਜ਼ ਅ ਕੇਸ ਮੇ ਬੀ objectionable article to which this section apply, ਤਾਂ ਜਿਸ ਤਰੀਕੇ ਨਾਲ ਇਤਰਾਜ਼ਯੋਗ ਚੀਜ਼ਾਂ ਦੇ ਉੱਤੇ ਜਿਹੜਾ ਇਹ ਧਾਰਾ ਹੈਗੀ ਹੈ ਅਪਲਾਈ ਹੁੰਦੀ ਹੈ ਤਾਂ ਉਸੇ ਤਰੀਕੇ ਨਾਲ ਵਿਅਕਤੀ ਨੂੰ ਪੇਸ਼ ਕਰ ਸਕਦਾ ਹੈ। 2 ਸਬਸੈਕਸ਼ਨ 2 ਕਹਿੰਦਾ ਦਾ objectionable article to which this section applies,
ਕਹਿੰਦਾ ਉਹ ਕਿਹੜੀਆਂ ਇਤਰਾਜ਼ਯੋਗ ਚੀਜ਼ਾਂ ਵਾ ਉਹਨਾਂ ਬਾਰੇ ਹੁਣ ਸਾਨੂੰ ਇਹ ਦੱਸਿਆ ਵੀ ਕਿਹੜੀਆਂ ਕਿਹੜੀਆਂ ਹੈਗੀਆਂ। ਉਹ ਹੈਗੀਆਂ ਜੀ A ਕਾਉਂਟਰਫੀਟ ਕੁਆਇਨ ਨਕਲੀ ਸਿੱਕੇ, B ਪੀਸਸ ਆਫ ਮੈਟਲ ਮੇਡ ਇਨ ਕੰਟਰਾਵੈਂਸ਼ਨ ਆਫ ਦੀ ਮੈਟਲ ਟੋਕਨ ਐਕਟ 1889। ਤਾਂ ਕਹਿੰਦਾ 1879 ਦੇ ਵਿੱਚ ਜਿਹੜੇ ਐਕਟ ਜਿਹੜਾ ਹੈਗਾ ਵਾ ਮੈਟਲ ਟੋਕਨ ਐਕਟ ਹੈ, ਤਾਂ ਉਹਦੇ ਮੁਤਾਬਕ ਜਿਹੜੀ ਧਾਤ ਦੇ ਟੁਕੜੇ ਨੇ ਅਗਰ ਉਹ ਮਿਲਦੇ ਨੇ ਔਰ ਬ੍ਰੌਟ ਇਨਟੂ ਇੰਡੀਆ ਇਨ ਕੰਟਰਵੈਂਸ਼ਨ ਆਫ ਐਨੀ ਨੋਟੀਫਿਕੇਸ਼ਨ ਫॉर द टाइम ਇਨ ਫੋਰਸ ਅੰਡਰ ਸੈਕਸ਼ਨ 11 ਆਫ ਕਸਟਮ ਐਕਟ 1962, ਤੇ ਜਾਂ ਕਹਿੰਦਾ ਕਸਟਮ ਐਕਟ ਦੀ ਧਾਰਾ 11 ਦੇ ਤਹਿਤ ਅਗਰ ਕੋਈ ਇਹੋ ਜਿਹਾ ਸਮਾਨ ਹੈ ਜਿਹੜਾ ਕਿ ਕਸਟਮ ਐਕਟ ਦੀ ਨੋਟੀਫਿਕੇਸ਼ਨ ਦੇ ਉਲਟ ਇੱਥੇ ਇੰਡੀਆ 'ਚ ਲਿਆਇਆ ਜਾਂਦਾ ਹੈ। ਸੀ ਕਾਉਂਟਰਫੀਟ ਕਰੰਸੀ ਨੋਟ, ਕਾਉਂਟਰਫੀਟ ਕਰੰਸੀ ਨੋਟ, ਕਾਉਂਟਰਫੀਟ ਸਟੈਂਪਸ, ਬਨਾਵਟੀ ਕਹਿੰਦਾ ਨੋਟ ਜਾਂ ਕਹਿੰਦਾ ਬਨਾਵਟੀ ਜਿਹੜੀਆਂ ਮੋਹਰਾਂ ਨੇ। ਡੀ ਫੋਰਜ ਡਾਕੂਮੈਂਟ, ਜਾਲੀ ਦਸਤਾਵੇਜ਼। ਈ ਫਾਲਸ ਸੀਲਸ, ਝੂਠੀਆਂ ਜਿਹੜੀਆਂ ਮੋਹਰਾਂ ਹੁੰਦੀਆਂ ਉਹ। ਐਫ ऑब्सीन ऑब्जेक्ट, इतराज़ जो कोई ऑब्जेक्ट है कोई अश्लील। रैफर टू इन सैक्शन 292 इंडियन पीनल कोड, जिहड़ी कि इंडियन पीनल कोड के तहत धारा 292 के तहत आते ने। ओह जी इंस्ट्रूमेंट्स औजार और मटीरियल समान यूजड फॉर द प्रोडक्शन ऑफ एनी ऑफ द आर्टिकल्स मैंशन इन क्लॉज A to F। तो A तो F की धारा के जिन्ने भी कोई चीज़ां लिखियां होईयां जिहड़ा समान यूज हुंदा ਜਾਂ ਜਿਹੜੇ ਔਜ਼ਾਰ ਵਰਤੇ ਜਾਂਦੇ ਨੇ ਇਹਨਾਂ ਦੇ ਵਿੱਚ, ਤਾਂ ਉਹ ਵੀ ਸਾਰਾ ਕੁਝ ਆਬਜੈਕਸ਼ਨੇਬਲ ਆਰਟੀਕਲ ਹੋਏਗਾ, ਇਤਰਾਜ਼ਯੋਗ ਚੀਜ਼ਾਂ ਦੇ ਵਿੱਚ ਆਏਗਾ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।